ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜਗਮੋਹਨ ਸਿੰਘ। ਮੈਂ ਢੰਡਾਰੀ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੋਕੇਸ਼ਨਲ ਟ੍ਰੇਨਰ ਹਾਂ। ਮੈਂ ਨਿੱਜੀ ਸੁਰੱਖਿਆ ਦਾ ਵੋਕੇਸ਼ਨਲ ਟ੍ਰੇਨਰ ਹਾਂ, ਜੋ ਕਿ NSQF ਦੀ ਇੱਕ ਟ੍ਰੇਡ ਹੈ। ਇਹ NSQF ਦੇ ਵਿੱਚ ਕਈ ਟ੍ਰੇਡਸ ਹਨ। ਉਹਨਾਂ ਵਿੱਚੋਂ ਨਿੱਜੀ ਸੁਰੱਖਿਆ ਇੱਕ ਅਜਿਹੀ ਟ੍ਰੇਡ ਹੈ ਜੋ ਕਿ 9ਵੀਂ ਤੋਂ 12ਵੀਂ ਤੱਕ ਪੜ੍ਹਾਈ ਜਾਂਦੀ ਹੈ। ਇਹਦੇ ਵਿੱਚ 9ਵੀਂ ਤੋਂ 12ਵੀਂ ਦੇ ਵਿੱਚ ਇੱਕ ਵਿਦਿਆਰਥੀ ਨੂੰ ਆਪਣੇ ਵਿਸ਼ੇ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਅਤੇ ਆਪਣੀ ਸੁਰੱਖਿਆ ਅਤੇ ਦੂਜੇ ਦੀ ਸੁਰੱਖਿਆ, ਨਿੱਜੀ ਸਾਫ਼ ਸਫਾਈ ਆਦਿ ਗੱਲਾਂ ਬਾਰੇ ਦੱਸਿਆ ਜਾਂਦਾ ਹੈ। ਇਸ ਵਿੱਚ ਕਈ ਯੂਨਿਟ ਹਨ, ਪਰ ਅੱਜ ਆਪਾਂ ਯੂਨਿਟ 6 ਉਸ ਦੇ ਵਿੱਚ ਸੁਰੱਖਿਆ ਸੰਬੰਧੀ ਵਾਰਦਾਤਾਂ ਅਤੇ ਉਹਨਾਂ ਤੋਂ ਪੈਦਾ ਹੋਏ ਖਤਰਿਆਂ ਨਾਲ ਨਜਿੱਠਿਆ ਕਿਸ ਤਰ੍ਹਾਂ ਜਾਂਦਾ ਹੈ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਆਪਣਾ ਹੋਣ ਵਾਲਾ ਸਮਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਆਪਾਂ ਸੁਰੱਖਿਅਤ ਨਹੀਂ ਮਹਿਸੂਸ ਕਰਦੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦਹਿਸ਼ਤਗਰਦ, ਆਤੰਕਵਾਦੀ ਅਤੇ ਆਮ ਤੌਰ 'ਤੇ ਲੜਾਈ ਝਗੜੇ, ਇਹਨਾਂ ਤੋਂ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਇਸ ਦੇ ਲਈ ਇਹਨਾਂ ਖਤਰਿਆਂ ਤੋਂ ਜੋ ਦਹਿਸ਼ਤ ਪੈਦਾ ਹੁੰਦੀ ਹੈ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਨਜਿੱਠਣਾ ਹੈ, ਅਸੀਂ ਇਸ ਯੂਨਿਟ ਦੇ ਵਿੱਚ ਜਾਂ ਅਸੀਂ ਇਸ ਜੋ ਵੀਡੀਓ ਹੈ ਉਹਦੇ ਵਿੱਚ ਪੂਰੀ ਤਰ੍ਹਾਂ ਵਿਆਖਿਆ ਕਰਾਂਗੇ ਅਤੇ ਇਹਨਾਂ ਦੇ ਉੱਪਰ ਅਲੱਗ-ਅਲੱਗ ਟਿੱਪਣੀ ਵੀ ਦਿੱਤੀ ਜਾਏਗੀ। ਸੁਰੱਖਿਆ ਸੰਬੰਧੀ ਵਾਰਦਾਤਾਂ ਅਤੇ ਉਹਨਾਂ ਤੋਂ ਪੈਦਾ ਹੋਏ ਖਤਰਿਆਂ ਨਾਲ ਨਜਿੱਠਿਆ। ਜਿਵੇਂ ਕਿ ਸੁਰੱਖਿਆ ਇੱਕ ਸੁਰੱਖਿਅਤ ਅਤੇ ਖਤਰਾ ਰਹਿਤ ਮਾਹੌਲ ਪੈਦਾ ਕਰਦੀ ਹੈ, ਜਿਸ ਵਿੱਚ ਲੋਕ ਆਪਣੇ ਰੋਜ਼ਾਨਾ ਵਾਲੇ ਕੰਮਾਂ ਕਾਰਾਂ ਅਤੇ ਕਾਰੋਬਾਰ ਕਰਦੇ ਹਨ, ਜਿਸ ਨਾਲ ਤੇਜ਼ੀ ਨਾਲ ਬਦਲ ਰਹੇ ਸਮੇਂ, ਸਮਾਜਿਕ ਅਤੇ ਤਕਨੀਕੀ ਮਾਹੌਲ ਵਿੱਚ ਸੁਰੱਖਿਆ ਸੰਬੰਧੀ ਪੱਖਾਂ ਨੂੰ ਸਮਝਦੇ ਹੋਏ ਕਾਰਵਾਈ ਅਤੇ ਆਧੁਨਿਕ ਔਜ਼ਾਰ ਯੰਤਰ ਦੀ ਵਰਤੋਂ ਸੁਰੱਖਿਆ ਨੂੰ ਸੁਧਾਰਨ ਲਈ ਜ਼ਰੂਰੀ ਹੈ। ਇਹ ਘਟਨਾਵਾਂ ਵਾਪਰਦੀਆਂ ਹਨ ਜਦੋਂ ਕੋਈ ਕਾਰਨ ਪੈਦਾ ਹੁੰਦਾ ਹੈ, ਜਿਵੇਂ ਕਿ ਮਨੁੱਖੀ ਗਲਤੀ, ਤਕਨੀਕੀ ਗਲਤੀ ਅਤੇ ਯੰਤਰਾਂ ਦੇ ਵਿੱਚ ਕਿਸੇ ਕਿਸਮ ਦੀ ਗਲਤੀ ਆਉਂਦੀ ਹੈ, ਤਾਂ ਇਹ ਸੁਰੱਖਿਆ ਨੂੰ ਕਮਜ਼ੋਰ ਬਣਾਉਂਦੀ ਹੈ ਅਤੇ ਕਿਸੇ ਤਰ੍ਹਾਂ ਦੀ ਵਾਰਦਾਤ ਜਾਂ ਖਤਰੇ ਹੋਣ ਦਾ ਅਨੁਮਾਨ ਜਾਂ ਸੰਭਾਵਨਾ ਪੈਦਾ ਹੁੰਦੀ ਹੈ। ਇਸ ਲਈ ਹਮੇਸ਼ਾ ਸਾਨੂੰ ਸੁਰੱਖਿਆ ਦਾ ਮਾਹੌਲ ਪੈਦਾ ਅਤੇ ਸੁਰੱਖਿਆ ਨੂੰ ਪੂਰੀ ਤਰ੍ਹਾਂ ਦਹਿਸ਼ਤਾਂ ਤੋਂ ਬਚਾਉਣ ਦੇ ਲਈ ਜਾਂ ਵਾਰਦਾਤ ਤੋਂ ਬਚਾਉਣ ਦੇ ਲਈ ਸਾਨੂੰ ਸੁਰੱਖਿਆ ਸੰਬੰਧੀ ਸਾਰੀ ਔਜ਼ਾਰ, ਤਕਨੀਕ ਅਤੇ ਉਸ ਦਾ ਸੁਭਾਅ ਜਾਂ ਲੋਕਾਂ ਦੇ ਸੁਭਾਅ ਬਾਰੇ ਜਾਣਨਾ ਅਤੇ ਗਲਤੀਆਂ ਦਾ ਨਾ ਹੋਣਾ, ਜਿਸ ਨਾਲ ਸਾਨੂੰ ਸੁਰੱਖਿਆ ਪ੍ਰਤੀ ਵਾਤਾਵਰਨ ਮਿਲ ਸਕੇ। ਹੁਣ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਸੁਰੱਖਿਆ ਦੇ ਮਾਹੌਲ ਦੇ ਵਿੱਚ ਕਿਸੇ ਕਿਸਮ ਦੀ ਵਾਰਦਾਤ ਹੁੰਦੀ ਹੈ, ਤਾਂ ਸਾਨੂੰ ਉਸ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ ਚਾਹੀਦਾ ਹੈ। ਵਾਰਦਾਤ ਇਸ ਗੱਲ ਦਾ ਸੁਚੇਤ ਕਰਦੀ ਹੈ ਕਿ ਸੁਰੱਖਿਆ ਰਾਖੀ ਕਰ ਰਹੀ ਹੈ, ਜਾਂ ਉਸ ਦੇ ਵਿੱਚ ਜਦੋਂ ਕਿਸੇ ਕਿਸਮ ਦੀ ਕਮੀ ਆ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਤਕਨੀਕੀ ਗਲਤੀ ਹੁੰਦੀ ਹੈ, ਉਹ ਗਲਤੀ ਕਿਸੇ ਵਾਰਦਾਤ ਦਾ ਇਲਜ਼ਾਮ ਜਾਂ ਇੰਜਾਮ ਦਿੰਦੀ ਹੈ। ਇਸ ਤਰ੍ਹਾਂ ਉਹ ਕੰਮ ਦੇ ਵਿੱਚ ਅਤੇ ਸੁਰੱਖਿਆ ਦੇ ਵਾਤਾਵਰਨ ਦੇ ਵਿੱਚ ਵਿਘਨ ਪਾ ਦਿੰਦੀ ਹੈ। ਹੁਣ ਅੱਗੇ ਗੱਲ ਕਰਦੇ ਹਾਂ, ਵਾਰਦਾਤ ਦੀਆਂ ਕਿਸਮਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ। ਇਹਦੇ ਵਿੱਚ ਜਿਵੇਂ ਕਿ ਇੱਕ ਜਾਣ ਬੁੱਝ ਕੇ ਕੀਤਾ ਗਿਆ ਨੁਕਸਾਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਵਿਅਕਤੀ ਆਪਣੇ ਜਾਣ ਬੁੱਝ ਕੇ ਕਿਸੇ ਕਿਸਮ ਦਾ ਸੁਰੱਖਿਆ ਦਾ ਮਾਹੌਲ ਨੂੰ ਖਰਾਬ ਕਰਦੇ ਹਨ ਅਤੇ ਉਹ ਸੁਰੱਖਿਆ ਦੇ ਮਾਹੌਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਤਾਂ ਉਹ ਲੜਾਈ ਝਗੜੇ, ਬੰਬ ਧਮਾਕੇ, ਕਿਸੇ ਤਰ੍ਹਾਂ ਦੀ ਗੋਲੀਬਾਰੀ, ਇਸ ਤਰ੍ਹਾਂ ਦੀ ਕੋਈ ਜਾਣ ਬੁੱਝ ਕੇ ਕੋਈ ਗਲਤੀ ਜਾਂ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਵਾਤਾਵਰਨ ਜਾਂ ਮਾਹੌਲ ਪੈਦਾ ਕਰਦੇ ਹਨ। ਇਸ ਤੋਂ ਅੱਗੇ ਹੈ ਕੁਦਰਤੀ ਵਾਰਦਾਤ। ਕੁਦਰਤੀ ਵਾਰਦਾਤ ਤੋਂ ਭਾਵ ਹੈ ਕਿ ਕਿਸੇ ਤਰ੍ਹਾਂ ਦੀ ਕੁਦਰਤੀ ਕਰੋਪੀ ਹੋਣੀ, ਜਿਨ੍ਹਾਂ ਨਾਲ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਨੂੰ ਪਤਾ ਨਾ ਹੋਵੇ ਕਿ ਇਹ ਚੀਜ਼ ਦਾ ਨੁਕਸਾਨ ਹੋਣਾ ਹੈ ਜਾਂ ਇਸ ਜਾਨ ਮਾਲ ਦਾ ਨੁਕਸਾਨ ਹੋਣਾ ਹੈ। ਇਹ ਸਭ ਬਾਰੇ ਆਮ ਤੌਰ 'ਤੇ ਲੋਕਾਂ ਨੂੰ ਅਤੇ ਹੋਰ ਆਲੇ ਦੁਆਲੇ ਨੂੰ ਨਹੀਂ ਪਤਾ ਹੁੰਦਾ ਹੈ।
ਇਸ ਤੋਂ ਅੱਗੇ ਹੈ ਕਿਸੇ ਗਲਤੀ ਕਾਰਨ ਵਾਰਦਾਤ। ਆਮ ਤੌਰ 'ਤੇ ਦੇਖਦੇ ਹਾਂ ਅਸੀਂ ਰੋਡ ਦੇ ਉੱਪਰ ਕਿਸੇ ਕੰਮ ਕਰਦੇ ਸਮੇਂ ਸਾਨੂੰ ਫੈਕਟਰੀ ਜਾਂ ਕਿਸੇ ਜਗ੍ਹਾ ਦੇ ਉੱਪਰ ਦੇਖਦੇ ਹਾਂ ਸਾਡੀ ਇੱਕ ਛੋਟੀ ਜਿਹੀ ਗਲਤੀ ਇੱਕ ਵੱਡੇ ਇਲਜ਼ਾਮ ਜਾਂ ਵੱਡੀ ਵਾਰਦਾਤ ਨੂੰ ਇਲਜ਼ਾਮ ਦੇ ਸਕਦੀ ਹੈ। ਜਿਵੇਂ ਕਿ ਆਪਾਂ ਨੋਰਮਲ ਗਰਾਊਂਡ ਲੈਵਲ ਤੋਂ ਦੇਖਦੇ ਹਾਂ ਕਿ ਘਰ ਦੇ ਵਿੱਚ ਇੱਕ ਬੱਚਾ ਹੁੰਦਾ ਹੈ। ਅਸੀਂ ਉਸ ਦੇ ਸਾਹਮਣੇ ਕੋਈ ਕੱਚ ਦੀ ਚੀਜ਼ ਰੱਖ ਦਿੰਦੇ ਹਾਂ ਜਾਂ ਟੁੱਟਿਆ ਹੋਇਆ ਕੱਚ ਰੱਖ ਦਿੰਦੇ ਹਾਂ। ਉਹ ਸਾਡੀ ਆਪ ਦੀ ਗਲਤੀ ਹੈ ਅਤੇ ਉਹ ਬੱਚਾ ਉਸ ਕੱਚ ਦੇ ਨਾਲ ਖੇਡਣ ਲੱਗ ਜਾਂਦਾ ਹੈ ਜਾਂ ਉਸ ਕੱਚ ਦੇ ਉੱਪਰ ਗਿਰ ਜਾਂਦਾ ਹੈ ਤਾਂ ਉਹ ਸਾਡੀ ਛੋਟੀ ਜਿਹੀ ਗਲਤੀ ਉਸ ਨੂੰ ਦੁਰਘਟਨਾ ਜਾਂ ਉਸ ਨੂੰ ਵਾਰਦਾਤ ਦਾ ਰੂਪ ਦੇ ਸਕਦੀ ਹੈ। ਇਸ ਤੋਂ ਅੱਗੇ ਹੈ ਕਿਸੇ ਕਮੀ ਦਾ ਕਾਰਨ। ਆਮ ਤੌਰ 'ਤੇ ਦੇਖਦੇ ਹਾਂ ਕਿ ਸਾਡੇ ਸੁਰੱਖਿਆ ਦੇ ਵਾਤਾਵਰਨ ਵਿੱਚ ਕੰਮ ਵਾਲੇ ਸਥਾਨ ਘਰ ਜਾਂ ਰੋਡ ਦੇ ਉੱਪਰ ਜਾਂ ਕਿਸੇ ਸਰਕਾਰੀ ਗਲਤੀ ਦੇ ਕਾਰਨ ਕੋਈ ਕਮੀ ਰਹਿ ਜਾਂਦੀ ਹੈ। ਉਹ ਬਾਅਦ ਵਿੱਚ ਕੋਈ ਵਾਰਦਾਤ ਹੋ ਜਾਂਦੀ ਹੈ, ਦੁਰਘਟਨਾ ਹੋ ਜਾਂਦੀ ਹੈ। ਉਹ ਕਮੀ ਹੀ ਹਮੇਸ਼ਾ ਸੁਰੱਖਿਆ ਵਾਤਾਵਰਨ ਜਾਂ ਵਾਰਦਾਤ ਦਾ ਮਾਹੌਲ ਪੈਦਾ ਕਰਦੀ ਹੈ। ਇਸ ਤੋਂ ਅੱਗੇ ਹੈ ਕਿਸੇ ਗੱਲ ਨੂੰ ਨਜ਼ਰ ਅੰਦਾਜ਼ ਕਰਨਾ। ਜਦੋਂ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੋਵੇ, ਜਿਵੇਂ ਕਿ ਆਪਾਂ ਨੋਰਮਲ ਦੇਖਦੇ ਹਾਂ ਰੋਡਾਂ ਦੇ ਉੱਪਰ, ਸੜਕਾਂ ਦੇ ਉੱਪਰ ਦੇਖਦੇ ਹਾਂ ਕਿ ਕੋਈ ਸੜਕ ਟੁੱਟੀ ਹੋਈ ਹੈ ਜਾਂ ਕਿਸੇ ਸੜਕ ਦੇ ਉੱਪਰ ਪੱਥਰ ਪਏ ਹਨ ਤਾਂ ਆਪਾਂ ਉਸ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਪਾਂ ਆਪਣੀ ਬਾਈਕ ਜਾਂ ਮੋਟਰਸਾਈਕਲ ਜਾਂ ਕਾਰ ਉਸ ਦੇ ਉੱਪਰ ਕੱਢਦੇ ਹਾਂ ਜਾਂ ਉਸ ਦੇ ਉੱਪਰ ਰੋਜ਼ ਲੰਘਾਉਂਦੇ ਹਾਂ, ਜਿਨ੍ਹਾਂ ਨਾਲ ਸਾਨੂੰ ਪਤਾ ਹੈ ਕਿ ਅਸੀਂ ਕਾਰ ਸਾਡੀ ਘੁੰਮ ਵੀ ਸਕਦੀ ਹੈ, ਕਿਸੇ ਵੱਡੇ ਦੁਰਘਟਨਾ ਦਾ ਸ਼ਿਕਾਰ ਬਣ ਸਕਦੀ ਹੈ। ਬਾਈਕ ਅਸੀਂ ਰੋੜਿਆਂ ਦੇ ਉੱਪਰ ਜਾਂ ਕਿਸੇ ਟੁੱਟੇ ਹੋਏ ਰੋਡ ਦੇ ਉੱਪਰ ਕੱਢਦੇ ਹਾਂ ਤਾਂ ਅਸੀਂ ਗਿਰ ਵੀ ਸਕਦੇ ਹਾਂ। ਇਹ ਇੱਕ ਨਜ਼ਰ ਅੰਦਾਜ਼ ਕਰਨ ਵਾਲੀ ਗੱਲ ਹੈ, ਸਰਕਾਰ ਦੀ ਵੀ ਇੱਕ ਵਿਅਕਤੀਆਂ ਦੀ ਵੀ। ਇਸ ਕਰਕੇ ਹਮੇਸ਼ਾ ਆਮ ਤੌਰ 'ਤੇ ਗਲਤੀਆਂ ਨੂੰ ਜਾਂ ਆਮ ਤੌਰ 'ਤੇ ਕਿਸੇ ਕਿਸਮ ਦੀ ਕਮੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਬਲਕਿ ਉਸ ਚੀਜ਼ ਦਾ ਸੁਧਾਰ ਜਾਂ ਉਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਵਾਰਦਾਤ ਨਾ ਹੋ ਸਕੇ। ਹੁਣ ਅੱਗੇ ਗੱਲ ਕਰਦੇ ਹਾਂ ਵਾਰਦਾਤ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਪਹਿਲਾ ਹੈ ਸੂਹ ਲੱਗਣ 'ਤੇ ਵਾਰਦਾਤ ਦਾ ਪਤਾ ਲਗਾਉਣਾ। ਜਦੋਂ ਕਿ ਸਾਨੂੰ ਕਿਸੇ ਕਿਸਮ ਦੀ ਜਾਂ ਸੁਰੱਖਿਆ ਕਰਮਚਾਰੀ ਨੂੰ ਕਿਸੇ ਕਿਸਮ ਦੀ ਸੂਹ ਲੱਗਦੀ ਹੈ ਕਿ ਉਸ ਜਗ੍ਹਾ ਦੇ ਉੱਪਰ ਵਾਰਦਾਤ ਹੋਣੀ ਹੈ ਜਾਂ ਸਾਨੂੰ ਕਿਸੇ ਪੱਖਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਵਾਰਦਾਤ ਹੋ ਸਕਦੀ ਹੈ, ਸਾਨੂੰ ਉਸ ਵਕਤ ਹੀ ਉਸ ਜਗ੍ਹਾ ਦੇ ਉੱਪਰ ਜਾ ਕੇ ਅਨੁਮਾਨ ਅਤੇ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਕਰਨੀ ਚਾਹੀਦੀ ਹੈ ਤਾਂ ਕਿ ਉਸ ਵਾਰਦਾਤ ਨੂੰ ਰੋਕਿਆ ਜਾਂ ਘੱਟ ਕੀਤਾ ਜਾ ਸਕੇ। ਇਸ ਤੋਂ ਅੱਗੇ ਹੈ ਪੜਤਾਲ ਕਰਨੀ। ਜਦੋਂ ਕਿਸੇ ਕਿਸਮ ਦੀ ਕੋਈ ਸੂਹ ਲੱਗਦੀ ਹੈ ਜਾਂ ਕਿਸੇ ਕਿਸਮ ਦਾ ਕੁਛ ਪਤਾ ਲੱਗਦਾ ਹੈ ਜਾਂ ਡੇਲੀ ਹੀ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਸਾਡਾ ਇਹ ਕੰਮ ਹੈ, ਰੋਜ਼ਾਨਾ ਦਾ ਕੰਮ ਹੈ ਕਿ ਸਾਨੂੰ ਆਮ ਤੌਰ 'ਤੇ ਪੜਤਾਲ ਕਰਦੇ ਹੀ ਰਹਿਣਾ ਚਾਹੀਦਾ ਹੈ ਕਿ ਕਿਸੇ ਕਿਸਮ ਦੀ ਕੋਈ ਵਾਰਦਾਤ ਤਾਂ ਨਹੀਂ ਹੋ ਰਹੀ ਜਾਂ ਕਰ ਰਹੇ ਜਾਂ ਕਿਸੇ ਕਿਸਮ ਦਾ ਕੋਈ ਦਹਿਸ਼ਤਗਰਦ ਜਾਂ ਕਿਸੇ ਕਿਸਮ ਦੀ ਕੋਈ ਸੁਰੱਖਿਆ ਭੰਗ ਕਰਨ ਦੀ ਕੋਈ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਇਸ ਤਰ੍ਹਾਂ ਪੜਤਾਲ ਹਮੇਸ਼ਾ ਕਰ ਲੈਣੀ ਚਾਹੀਦੀ ਹੈ। ਇਸ ਤੋਂ ਅੱਗੇ ਹੈ ਸ਼ਿਕਾਇਤ ਅਤੇ ਘਟਨਾ ਦਾ ਪਤਾ ਲਗਾਉਣਾ। ਜਦੋਂ ਸਾਨੂੰ ਕਿਸੇ ਕਿਸਮ ਦੀ ਕੋਈ ਸੂਹ ਲੱਗਣ ਤੋਂ ਬਾਅਦ ਕੋਈ ਸ਼ਿਕਾਇਤ ਕਰਦਾ ਹੈ ਜਾਂ ਘਟਨਾ ਹੋਣ ਉਪਰੰਤ ਕਿਸੇ ਕਿਸਮ ਦਾ ਕੋਈ ਪਤਾ ਦੱਸਦਾ ਹੈ, ਸਾਨੂੰ ਉਸ ਪਤੇ ਉੱਪਰ ਜਾਂ ਉਸ ਸ਼ਿਕਾਇਤ ਦੇ ਉੱਪਰ ਪੂਰੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਸਹੀ ਮੰਨਦੇ ਹੋਏ ਉਸ ਸ਼ਿਕਾਇਤ ਦੇ ਉੱਪਰ ਇੱਕ ਰਿਪੋਰਟ ਜਾਂ ਇੱਕ ਨੋਰਮਲ ਸਾਨੂੰ ਰਿਟਨ ਦੇ ਵਿੱਚ ਹਰ ਚੀਜ਼ ਕੰਪਲੀਟ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਅੱਗੇ ਦੀ ਅੱਗੇ ਸਬੂਤਾਂ ਦੇ ਨਾਲ ਹੀ ਅੱਗੇ ਪਹੁੰਚਿਆ ਜਾ ਸਕੇ। ਇਸ ਤੋਂ ਅੱਗੇ ਹੈ ਸਬੂਤ ਇਕੱਠੇ ਕਰਨੇ। ਸਬੂਤ ਇਕੱਠੇ ਕਰਨ ਦੇ ਵਿੱਚ ਇਹ ਹੈ ਕਿ ਜਦੋਂ ਸਾਨੂੰ ਸੂਹ ਲੱਗਣੀ ਜਾਂ ਸ਼ਿਕਾਇਤ ਲੱਗਣੀ ਜਾਂ ਸਾਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਹੋਣਾ, ਉਸ ਤੋਂ ਬਾਅਦ ਸਾਨੂੰ ਸਬੂਤ ਇਕੱਠੇ ਕਰਨੇ ਵੀ ਜ਼ਰੂਰੀ ਹਨ ਕਿਉਂਕਿ ਇਹਨਾਂ ਸਬੂਤਾਂ ਦੇ ਨਾਲ ਹੀ ਸਾਨੂੰ ਪੂਰੀ ਤਰ੍ਹਾਂ ਰਿਜ਼ਲਟ ਉੱਪਰ ਜਾਂ ਫਾਈਨਲ ਰਿਜ਼ਲਟ ਉੱਪਰ ਅਸੀਂ ਪਹੁੰਚ ਸਕਦੇ ਹਾਂ, ਜਿਸ ਨਾਲ ਸਾਨੂੰ ਇਹ ਪੂਰੀ ਤਰ੍ਹਾਂ ਵਾਰਦਾਤ ਨੂੰ ਜਾਂ ਕਿੱਥੋਂ ਵਾਰਦਾਤ ਸ਼ੁਰੂ ਹੁੰਦੀ ਹੈ, ਕਿੱਥੋਂ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਸੀ, ਕਿਹੜੇ ਵਿਅਕਤੀ ਇਸ ਦੇ ਵਿੱਚ ਸ਼ਾਮਿਲ ਸੀ, ਕਿਸ ਜਗ੍ਹਾ ਦੇ ਉੱਪਰ ਘਟਨਾ ਦਾ ਸਮਾਂ, ਟਾਈਮ, ਹਰ ਚੀਜ਼ ਇਸ ਤੋਂ ਪਤਾ ਕਰ ਸਕਦੇ ਹਾਂ। ਇਹ ਇਕੱਲੇ ਸਬੂਤ ਜਾਂ ਗਵਾਹਾਂ ਦੇ ਨਾਲ ਹੀ ਪਤਾ ਹੋ ਸਕਦਾ ਹੈ। ਹੁਣ ਅੱਗੇ ਗੱਲ ਕਰਦੇ ਹਾਂ ਤਲਾਸ਼ੀ ਕਰਦੇ ਸਮੇਂ ਸੁਰੱਖਿਆ ਕਰਮਚਾਰੀ ਦੀਆਂ ਜ਼ਿੰਮੇਵਾਰੀਆਂ। ਤਲਾਸ਼ੀ ਕਰਨ ਸਮੇਂ ਹਮੇਸ਼ਾ ਸੁਰੱਖਿਆ ਕਰਮਚਾਰੀ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਬਣਦੀਆਂ ਹਨ ਕਿਉਂਕਿ
ਇੱਕ ਤਲਾਸ਼ੀ ਕਰਨ ਸਮੇਂ ਅਗਰ ਕੋਈ ਸੁਰੱਖਿਆ ਕਰਮਚਾਰੀ ਕਿਸੇ ਕਿਸਮ ਦੀ ਕੋਈ ਕਮੀ ਜਾਂ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਦਿੰਦਾ ਤਾਂ ਉਹ ਵੱਡੀ ਵਾਰਦਾਤ ਦਾ ਇਲਜ਼ਾਮ ਬਣ ਸਕਦਾ ਹੈ, ਕਿਉਂਕਿ ਕੋਈ ਵੀ ਵਿਅਕਤੀ ਠੀਕ ਨਹੀਂ ਹੁੰਦਾ, ਕੋਈ ਵੀ ਵਿਅਕਤੀ ਗਲਤ ਨਹੀਂ ਹੁੰਦਾ। ਇਸ ਕਰਕੇ ਤਲਾਸ਼ੀ ਕਰਨ ਸਮੇਂ ਹਮੇਸ਼ਾ ਤਲਾਸ਼ੀ ਪ੍ਰੋਪਰ ਅਤੇ ਅੱਛੀ ਤਰ੍ਹਾਂ ਕੀਤੀ ਜਾਵੇ ਤਾਂ ਕਿ ਹਰ ਵਿਅਕਤੀ ਦੇ ਕੋਲੋਂ ਸਹੀ ਅਤੇ ਉਸ ਨੂੰ ਅਧਿਕਾਰਿਕ ਤੌਰ 'ਤੇ ਹੀ ਅੰਦਰ ਭੇਜਿਆ ਜਾਵੇ। ਇਸ ਦੇ ਵਿੱਚ ਪਹਿਲੀ ਹੈ ਵਾਰਦਾਤ ਦੀ ਰਿਪੋਰਟ ਤਿਆਰ ਕਰਨੀ। ਤਲਾਸ਼ੀ ਸਮੇਂ ਹਮੇਸ਼ਾ ਵਾਰਦਾਤ ਦੀ ਰਿਪੋਰਟ ਹਮੇਸ਼ਾ ਪਹਿਲਾਂ ਹੀ ਤਿਆਰ ਕਰਨੀ ਚਾਹੀਦੀ ਹੈ। ਇਸ ਤੋਂ ਅੱਗੇ ਹੈ ਸਬੂਤ ਇਕੱਠੇ ਕਰਨੇ। ਜਦੋਂ ਰਿਪੋਰਟ ਤਿਆਰ ਕਰਨੀ ਹੈ, ਘਟਨਾ ਦਾ ਸਮਾਂ, ਟਾਈਮ, ਲੋਕ ਅਤੇ ਗਵਾਹ ਸਭ ਸਾਨੂੰ ਮਾੜੀ ਮੋਟੀ ਜਾਣਕਾਰੀ ਪਤਾ ਲੱਗਦੀ ਹੈ ਤਾਂ ਸਾਨੂੰ ਉਸ ਤੋਂ ਬਾਅਦ ਸਬੂਤ ਵੀ ਇਕੱਠੇ ਕਰਨੇ ਚਾਹੀਦੇ ਹਨ ਤਾਂ ਕਿ ਸਾਨੂੰ ਅੱਗੇ ਹੋਰ ਜਾਣਕਾਰੀ ਪ੍ਰਾਪਤ ਹੋ ਸਕੇ। ਇਸ ਤੋਂ ਅੱਗੇ ਹੈ ਸਬੂਤ ਸਾਂਭ ਕੇ ਰੱਖਣੇ। ਜਿਹੜੇ ਸਬੂਤਾਂ ਨੂੰ ਅਸੀਂ ਇਕੱਠੇ ਕੀਤਾ ਹੈ ਜਾਂ ਉਹਨਾਂ ਬਾਰੇ ਕੁਛ ਲਿਖਿਆ ਹੈ ਤਾਂ ਉਸ ਨੂੰ ਹਮੇਸ਼ਾ ਸਾਂਭ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਸਾਨੂੰ ਅੱਗੇ ਇਹਨਾਂ ਦੇ ਬਾਰੇ ਕੰਮ ਜਾਂ ਅੱਗੇ ਇਹਨਾਂ ਤੋਂ ਕੰਮ ਲਿਆ ਜਾ ਸਕੇ। ਗਵਾਹਾਂ ਦੇ ਸੰਪਰਕ ਵਿੱਚ ਰਹਿਣਾ। ਇਸ ਤੋਂ ਅੱਗੇ ਹੈ ਕਿ ਸਾਨੂੰ ਗਵਾਹਾਂ ਦੇ ਹਮੇਸ਼ਾ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਗੱਲ ਹਰ ਤਰ੍ਹਾਂ ਦੀ ਗਵਾਹ ਤੋਂ ਪਤਾ ਲੱਗ ਸਕਦੀ ਹੈ, ਜਿਨ੍ਹਾਂ ਨੇ ਇਹ ਵਾਰਦਾਤ ਦੇਖੀ ਹੈ ਜਾਂ ਪਤਾ ਹੈ ਜਾਂ ਉਹਨਾਂ ਨੇ ਆਉਂਦਾ ਜਾਂ ਜਾਂਦਾ ਜਾਂ ਸਮਾਨ ਚੱਕ ਕੇ ਲੈ ਕੇ ਜਾਂਦੇ ਹੋਏ ਦੇਖੇ ਹਨ। ਇਹਨਾਂ ਸਭ ਬਾਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹਾਂ। ਵਾਰਦਾਤ ਸੰਬੰਧੀ ਤੱਥਾਂ ਅਤੇ ਰਿਪੋਰਟ ਤਿਆਰ ਕਰਨੀ। ਵਾਰਦਾਤ ਸੰਬੰਧੀ ਹਰ ਤਰ੍ਹਾਂ ਦੀ ਰਿਪੋਰਟ, ਜਿਸ ਤਰ੍ਹਾਂ ਕਿਵੇਂ ਸ਼ੁਰੂ ਹੋਇਆ, ਕਿਸ ਤਰ੍ਹਾਂ ਇਹਨਾਂ ਨੇ ਇਲਜ਼ਾਮ ਦਿੱਤਾ ਅਤੇ ਕਿਸ ਤਰ੍ਹਾਂ ਉਹ ਬਾਹਰ ਨਿਕਲੇ, ਇਹ ਸਭ ਬਾਰੇ ਜਾਣਕਾਰੀ ਰਿਪੋਰਟ ਤਿਆਰ ਕਰਨੀ। ਪੁੱਛ ਪੜਤਾਲ ਕਰਨੀ। ਇਸ ਦੇ ਵਿੱਚ ਹੈ ਕਿ ਅਲੱਗ-ਅਲੱਗ ਵਿਅਕਤੀਆਂ ਤੋਂ ਪੁੱਛ ਪੜਤਾਲ ਕਰਨੀ, ਜੋ ਕਿ ਦੇਖਣਾ ਕਿ ਲੋਕ ਉਹਨਾਂ ਦੇ ਆਸ-ਪਾਸ ਸਨ ਜਾਂ ਨਹੀਂ ਸਨ। ਉਹਨਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀ ਪੁੱਛ ਪੜਤਾਲ ਪ੍ਰਸ਼ਨ ਕਰਨੇ। ਇਸ ਤੋਂ ਅੱਗੇ ਹੈ ਅਧਿਕਾਰੀਆਂ ਦੀ ਮਦਦ ਲੈਣੀ। ਆਪਣੇ ਤੋਂ ਉੱਚ ਅਧਿਕਾਰੀ ਜਾਂ ਐਕਸਪੀਰੀਅੰਸ ਵਾਲੇ ਬੰਦੇ ਦੀ ਮਦਦ ਲੈਣੀ। ਹੁਣ ਆਪਾਂ ਗੱਲ ਕਰਦੇ ਹਾਂ ਬੰਬ ਧਮਾਕੇ ਦੀਆਂ ਚੀਜ਼ਾਂ ਨਾਲ ਨਜਿੱਠਣਾ। ਅੱਜ ਕੱਲ੍ਹ ਆਤੰਕਵਾਦੀ ਜਾਂ ਦਹਿਸ਼ਤਗਰਦ ਬੰਬ ਧਮਾਕਿਆਂ ਦੇ ਨਾਲ ਹੀ ਸੁਰੱਖਿਆ ਨੂੰ ਭੰਗ ਕਰਦੇ ਹਨ, ਕਿਉਂਕਿ ਬੰਬ ਧਮਾਕੇ ਉਹਨਾਂ ਲਈ ਇੱਕ ਆਮ ਗੱਲ ਬਣ ਗਈ ਹੈ। ਜਿਵੇਂ ਕਿ ਸੁਰੱਖਿਆ ਇੱਕ ਖਤਰਾ ਰਹਿਤ ਮਾਹੌਲ ਪੈਦਾ ਕਰਦੀ ਹੈ। ਬੰਬ ਦਾ ਖਤਰਾ ਕੰਮਕਾਜ ਨੂੰ ਠੱਪ ਕਰਨਾ ਜਾਂ ਪ੍ਰਭਾਵਿਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਸਮੱਸਿਆਵਾਂ ਉਸ ਵੇਲੇ ਬਹੁਤ ਜ਼ਿਆਦਾ ਹੋ ਜਾਂਦੀਆਂ ਹਨ ਜਦੋਂ ਸੱਚਮੁੱਚ ਇੱਕ ਧਮਾਕਾ ਹੋ ਜਾਵੇ ਜਿਸ ਨਾਲ ਸਭ ਤਹਿਸ ਨਹਿਸ ਹੋ ਜਾਂਦਾ ਹੈ ਅਤੇ ਆਤੰਕਵਾਦੀਆਂ ਲਈ ਬੰਬ ਧਮਾਕਾ ਇੱਕ ਆਮ ਹਥਿਆਰ ਬਣ ਗਿਆ ਹੈ ਜੋ ਕਿ ਦਹਿਸ਼ਤ ਫੈਲਾਉਣ ਲਈ ਵਰਤਿਆ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਧਮਾਕੇ ਪਦਾਰਥ ਅਤੇ ਬੰਬ। ਇਹ ਪਦਾਰਥ ਹੈ ਜੋ ਕਿ ਰਸਾਇਣਿਕ ਯੌਗਿਕ ਹੁੰਦੇ ਹਨ, ਜੋ ਕਿ ਫੁੱਟ ਦੇ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤ ਜ਼ਿਆਦਾ ਲਪਟਾਂ ਨਿਕਲਦੀਆਂ ਹਨ। ਜਦੋਂ ਇਹ ਫਟਦੇ ਹਨ ਤਾਂ ਬਹੁਤ ਜ਼ਿਆਦਾ ਲਪਟਾਂ ਨਿਕਲਦੀਆਂ ਹਨ, ਜਿਸ ਨਾਲ ਬਹੁਤ ਜ਼ਿਆਦਾ ਆਵਾਜ਼ ਹੁੰਦੀ ਹੈ ਅਤੇ ਆਮ ਤੌਰ 'ਤੇ ਆਲਾ ਦੁਆਲਾ ਅਤੇ ਕੁਛ ਦੂਰੀ ਤੱਕ ਵੀ ਇਹ ਸਭ ਕੁਛ ਨਸ਼ਟ ਕਰ ਦਿੰਦੇ ਹਨ। ਇਸ ਤੋਂ ਅੱਗੇ ਹੈ ਬੰਬ ਦੀਆਂ ਕਿਸਮਾਂ। ਬੰਬ ਆਮ ਤੌਰ 'ਤੇ ਕਈ ਪ੍ਰਕਾਰ ਦੇ ਹੁੰਦੇ ਹਨ, ਪਰ ਇਹਨਾਂ ਨੂੰ ਕੁਛ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਪਹਿਲਾ ਹੈ ਘੱਟ ਧਮਾਕੇ ਵਾਲੇ ਬੰਬ। ਘੱਟ ਧਮਾਕੇ ਵਾਲੇ ਬੰਬ ਤੋਂ ਭਾਵ ਹੈ ਕਿ ਜਿਨ੍ਹਾਂ ਦਾ ਧਮਾਕਾ ਘੱਟ ਹੁੰਦਾ ਹੈ ਜਾਂ ਉਹਨਾਂ ਦੀ ਨਸ਼ਟ ਕਰਨ ਦੀ ਦੂਰੀ ਜਾਂ ਨਸ਼ਟ ਕਰਨ ਦਾ ਏਰੀਆ ਘੱਟ ਹੁੰਦਾ ਹੈ। ਦਰਮਿਆਨੇ ਜਾਂ ਜ਼ਿਆਦਾ ਧਮਾਕੇ ਵਾਲੇ ਪਦਾਰਥ। ਜ਼ਿਆਦਾ ਧਮਾਕੇ ਵਾਲੇ ਪਦਾਰਥ ਉਹ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਆਮ ਤੌਰ 'ਤੇ ਦੇਖਦੇ ਹਾਂ ਕਿ ਜੋ ਬਹੁਤ ਜ਼ਿਆਦਾ ਦੂਰੀ ਤੱਕ ਆਵਾਜ਼ ਅਤੇ ਬਹੁਤ ਜ਼ਿਆਦਾ ਦੂਰੀ ਤੱਕ ਕਿਲੋਮੀਟਰ ਜਾਂ ਅੱਧੇ ਕਿਲੋਮੀਟਰ ਤੱਕ ਹਰ ਤਰ੍ਹਾਂ ਦੀ ਜਾਨ ਮਾਲ, ਗੱਡੀ, ਈਵਨ ਕਿ ਰੋਡ ਵੀ ਤਹਿਸ ਨਹਿਸ ਕਰ ਦਿੰਦੇ ਹਨ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਵਾਜ਼ ਅਤੇ ਬਹੁਤ ਜ਼ਿਆਦਾ ਜਲਣ ਦੀ ਜਾਂ ਅੱਗ ਦੀ ਸ਼ਮਤਾ ਹੁੰਦੀ ਹੈ, ਬਰੂਦ ਬਹੁਤ ਜ਼ਿਆਦਾ ਹੁੰਦਾ। ਉਹਨਾਂ ਨੂੰ ਜ਼ਿਆਦਾ ਧਮਾਕੇ ਵਾਲੇ ਪਦਾਰਥ ਕਹਿੰਦੇ ਹਨ ਜਾਂ ਦਰਮਿਆਨੇ ਧਮਾਕੇ ਵਾਲੇ, ਜੋ ਕਿ ਜ਼ਿਆਦਾ ਤੋਂ ਥੋੜ੍ਹੇ ਘੱਟ ਹੁੰਦੇ ਹਨ ਅਤੇ ਇਹ ਵੀ ਆਮ ਤੌਰ 'ਤੇ ਜਾਨ ਮਾਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਧਮਾਕਾ ਕਰਨ ਵਾਲੇ ਯੰਤਰ 3 ਭਾਗਾਂ ਵਿੱਚ ਆਉਂਦੇ ਹਨ। ਪੈਕਟ ਦੀ ਸ਼ਕਲ ਵਾਲਾ ਧਮਾਕਾ, ਜੋ ਕਿ ਆਮ ਤੌਰ 'ਤੇ ਇੱਕ ਛੋਟੇ ਪੈਕਟ ਦੇ ਵਿੱਚ ਜਾਂ ਵੱਡੇ ਪੈਕਟ ਵਿੱਚ ਜਾਂ ਬੈਗ ਦੀ ਸ਼ਕਲ ਦੇ ਵਿੱਚ ਅਸੀਂ ਆਮ ਤੌਰ 'ਤੇ ਰੱਖਦੇ ਹਾਂ ਜਾਂ ਜਿਸ ਜਗ੍ਹਾ ਉੱਪਰ ਧਮਾਕਾ ਕਰਦੇ ਨੇ ਉਹ ਜਗ੍ਹਾ ਦੇ ਉੱਪਰ ਆਤੰਕਵਾਦੀ ਇਸ ਦੇ
ਵਰਤੋਂ ਕਰਦੇ ਹਨ। ਅੱਗੇ ਹੈ ਗੱਡੀਆਂ ਦੇ ਉੱਪਰ ਲਗਾਏ ਜਾਣ ਵਾਲੇ ਯੰਤਰ, ਜਿਹੜੇ ਕਿ ਆਮ ਤੌਰ 'ਤੇ ਦੇਖਦੇ ਹਾਂ ਕਿ ਗੱਡੀਆਂ ਦੇ ਵਿੱਚ ਫਿੱਟ ਕਰਨ ਤੋਂ ਬਾਅਦ ਉਹ ਗੱਡੀ ਨੂੰ ਉਸ ਜਗ੍ਹਾ ਦੇ ਉੱਪਰ ਪਹੁੰਚਾਇਆ ਜਾਂਦਾ ਹੈ ਜਿੱਥੇ ਧਮਾਕਾ ਕਰਨਾ ਹੈ। ਤਾਂ ਇਹ ਧਮਾਕਾ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਨਸ਼ਟ ਕਰਦਾ ਹੈ। ਆਤਮ ਹੱਤਿਆ ਵਾਲਾ ਬੰਬ ਸਰੀਰ ਨਾਲ ਬੰਨ੍ਹ ਕੇ, ਜਿਹੜਾ ਕਿ ਆਮ ਤੌਰ 'ਤੇ ਦੇਖਦੇ ਹਾਂ ਕਿ ਜੋ ਆਤੰਕਵਾਦੀ ਹੁੰਦੇ ਹਨ ਉਹ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਕਿਸੇ ਭੀੜ ਵਾਲੀ ਜਗ੍ਹਾ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਪਰ ਜਾਂਦੇ ਹਨ, ਜਿਨ੍ਹਾਂ ਨਾਲ ਉਹ ਆਪ ਵੀ ਆਤਮ ਹੱਤਿਆ ਕਰਦੇ ਹਨ ਅਤੇ ਆਲਾ ਦੁਆਲੇ ਜੋ ਲੋਕ ਜਾਂ ਆਲੇ ਦੁਆਲੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਇਸ ਤੋਂ ਅੱਗੇ ਹੈ ਘੋੜਾ ਦਬਾ ਕੇ ਜਾਂ ਬਟਨ ਦਬਾ ਕੇ ਕੀਤੇ ਜਾਣ ਵਾਲੇ ਧਮਾਕੇ ਦੇ ਯੰਤਰ ਕਿਹੜੇ ਹਨ, ਜਿਹੜੇ ਕਿ ਆਮ ਤੌਰ 'ਤੇ ਹੁੰਦੇ ਤਾਂ ਬੰਬ ਹੀ ਹਨ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਆਤੰਕਵਾਦੀ ਥੋੜ੍ਹੀ ਦੂਰੀ ਉੱਪਰ ਖੜ੍ਹਾ ਹੁੰਦਾ ਹੈ, ਪਰ ਜੋ ਬੰਬ ਹੈ ਉਹ ਸਾਈਡ 'ਤੇ ਹੁੰਦਾ ਹੈ। ਉਹ ਉਸ ਬੰਬ ਨੂੰ ਦੇਖਦੇ ਹੋਏ ਜਾਂ ਆਪਣੇ ਹਿਸਾਬ ਦੇ ਨਾਲ ਉਸ ਨੂੰ ਚਲਾਉਂਦਾ ਹੈ। ਉਹ ਬੰਬ ਅਲੱਗ-ਅਲੱਗ ਪ੍ਰਕਾਰ ਦੇ ਹਨ, ਜਿਵੇਂ ਕਿ ਸਮੇਂ ਦੇ ਕੰਟਰੋਲ ਅਨੁਸਾਰ ਚੱਲਣ ਵਾਲਾ ਬੰਬ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ 12 ਵਜੇ ਬੰਬ ਨੇ ਫਟਣਾ ਹੈ ਤਾਂ ਉਸ ਬੰਬ ਦੇ ਉੱਪਰ ਘੜੀ ਲਗਾ ਦਿੰਦੇ ਹਨ ਕਿ 12 ਵਜੇ ਤੋਂ ਬਾਅਦ ਉਹ ਬੰਬ ਫਟੇਗਾ। ਇਸ ਤੋਂ ਅੱਗੇ ਰੌਸ਼ਨੀ ਦੇ ਕੰਟਰੋਲ ਅਨੁਸਾਰ, ਇਹਦੇ ਵਿੱਚ ਇਹ ਬੰਬ ਜੋ ਕਿ ਇੱਕ ਰੌਸ਼ਨੀ ਦੇ ਅਨੁਸਾਰ ਇੱਕ ਸੈਂਸਰ ਫਿੱਟ ਕੀਤਾ ਹੁੰਦਾ ਹੈ, ਜਿਹਦੇ ਰਾਹੀਂ ਉਹ ਰਾਤ ਸਮੇਂ ਜਾਂ ਦਿਨ ਸਮੇਂ ਜਾਂ ਹਨੇਰੇ ਹੋਣ ਤੋਂ ਬਾਅਦ ਜਾਂ ਚਾਨਣ ਹੋਏ ਦੇ ਸਮੇਂ ਇਹ ਬੰਬ ਫਟਦਾ ਹੈ। ਇਸ ਤਰ੍ਹਾਂ ਇਹ ਰੌਸ਼ਨੀ ਦੇ ਅਨੁਸਾਰ ਹੀ ਬੰਬ ਚੱਲਦਾ ਹੈ। ਇਸ ਤੋਂ ਅੱਗੇ ਗਤੀ ਦੇ ਕੰਟਰੋਲ ਅਨੁਸਾਰ, ਇਸ ਦੇ ਵਿੱਚ ਇਹ ਆਮ ਤੌਰ 'ਤੇ ਗੱਡੀਆਂ ਦੇ ਉੱਪਰ ਜਾਂ ਜਹਾਜ਼ਾਂ ਦੇ ਉੱਪਰ ਲਗਾਇਆ ਜਾਂਦਾ ਹੈ। ਜਦੋਂ ਕਿ ਕਿਸੇ ਕਿਸਮ ਦੀ ਕੋਈ ਗਤੀ ਘਟਦੀ ਹੈ ਜਾਂ ਵੱਧਦੀ ਹੈ, ਉਸ ਸਮੇਂ ਇਹ ਬੰਬ ਫਟ ਜਾਂਦਾ ਹੈ। ਦਬਾਅ ਪੈਣ ਜਾਂ ਕੰਟਰੋਲ ਅਨੁਸਾਰ, ਜਦੋਂ ਕਿਸੇ ਕਿਸਮ ਦਾ ਦਬਾਅ ਜਾਂ ਭਾਰ ਪੈਂਦਾ ਹੈ ਉਹ ਬੰਬ ਦੇ ਉੱਪਰ, ਤਾਂ ਉਹ ਦਬਾਅ ਦੇ ਅਨੁਸਾਰ ਹੀ ਬੰਬ ਚੱਲਦਾ ਹੈ। ਇਸ ਤੋਂ ਅੱਗੇ ਹੈ ਬਿਨਾਂ ਖੋਲ੍ਹੇ ਜਾਣ ਵਾਲਾ ਬੰਬ। ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਤਰ੍ਹਾਂ ਦਾ ਕੋਈ ਪੈਕਟ ਜਾਂ ਡੱਬਾ ਜਾਂ ਕਿਸੇ ਤਰ੍ਹਾਂ ਦਾ ਕੋਈ ਬੈਗ ਹੁੰਦਾ ਹੈ, ਜਦੋਂ ਉਸ ਨੂੰ ਕੋਈ ਵਿਅਕਤੀ ਖੋਲ੍ਹਦਾ ਹੈ ਤਾਂ ਆਤੰਕਵਾਦੀਆਂ ਦੁਆਰਾ ਫਿੱਟ ਕੀਤਾ ਹੋਇਆ ਇਹ ਬੰਬ ਖੋਲ੍ਹਣ ਸਮੇਂ ਚੱਲ ਜਾਂਦਾ ਹੈ। ਇਸ ਤੋਂ ਅੱਗੇ ਹੈ ਬਿਨਾਂ ਉਠਾਏ ਜਾਣ ਵਾਲਾ ਬੰਬ, ਜਿਸ ਦੇ ਵਿੱਚ ਦੇਖਦੇ ਹਾਂ ਕਿ ਜਾਂ ਉਸ ਨੂੰ ਚੱਕ ਕੇ ਰੱਖਿਆ ਜਾਂਦਾ ਹੈ ਜਾਂ ਚੱਕਣ ਸਮੇਂ ਉਸ ਵਿਅਕਤੀ ਦੁਆਰਾ ਜਾਂ ਆਤੰਕਵਾਦੀ ਦੁਆਰਾ ਰੱਖਿਆ ਜਾਂਦਾ ਹੈ, ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਹਿੱਲ ਜੁਲ ਸਮੇਂ ਉਹ ਬੰਬ ਚੱਲ ਜਾਂਦਾ ਹੈ। ਇਸ ਤੋਂ ਅੱਗੇ ਹੈ ਘੁਮਾਇਆ ਨਾ ਜਾਣ ਵਾਲਾ, ਜਦੋਂ ਕਿਸੇ ਜਗ੍ਹਾ ਦੇ ਵਿੱਚ ਬੰਬ ਫਿੱਟ ਕੀਤਾ ਜਾਂਦਾ ਦਰਵਾਜ਼ੇ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚ, ਜਿਹਦੇ ਨਾਲ ਜਦੋਂ ਉਸ ਬੰਬ ਦੇ ਵਿੱਚ ਹਿੱਲ ਜੁਲ ਜਾਂ ਘੁਮਾਉਂਦੇ ਹਾਂ ਤਾਂ ਉਹ ਬੰਬ ਫਟ ਜਾਂਦਾ ਹੈ। ਇਸ ਤੋਂ ਅੱਗੇ ਹੈ ਰਿਮੋਟ ਕੰਟਰੋਲ। ਇਹ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਬੰਬ ਹੈ, ਜਿਵੇਂ ਕਿ ਰਿਮੋਟ ਰਾਹੀਂ ਉਸ ਨੂੰ ਕਮਾਂਡ ਦੇਣੀ ਤਾਂ ਉਹ ਬੰਬ ਔਨ ਹੋ ਜਾਂਦਾ ਹੈ। ਉਸ ਤੋਂ ਬਾਅਦ ਉਸ ਨੂੰ ਰਿਮੋਟ ਨਾਲ ਉਸ ਨੂੰ ਫਟਾਉਣਾ, ਉਹ ਆਪਣੇ ਹਿਸਾਬ ਨਾਲ ਆਤੰਕਵਾਦੀ ਉਸ ਦਾ ਵਰਤੋਂ ਕਰਦੇ ਹਨ। ਇਸ ਤੋਂ ਅੱਗੇ ਹੈ ਹੋਰ ਵੀ ਕਈ ਤਰ੍ਹਾਂ ਦੇ ਬੰਬ ਹਨ, ਜਿਵੇਂ ਕਿ ਪ੍ਰੈਸ਼ਰ ਕੁੱਕਰ ਬੰਬ, ਜਿਵੇਂ ਕਿ ਆਮ ਤੌਰ 'ਤੇ ਦੇਖਦੇ ਹਾਂ ਕਿ ਕੁੱਕਰ ਦੇ ਵਿੱਚ ਜਾਂ ਕਿਸੇ ਭਾਂਡੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਬਣਾਇਆ ਜਾਂਦਾ ਹੈ ਜਾਂ ਕਿਸੇ ਭੱਠੀ ਦੇ ਵਿੱਚ ਪ੍ਰੈਸ਼ਰ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਪ੍ਰੈਸ਼ਰ ਪ੍ਰੋਪਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਬਰੂਦ ਨੂੰ ਅੱਗ ਲੱਗ ਜਾਂਦੀ ਹੈ ਅਤੇ ਬੰਬ ਦਾ ਕਾਰਨ ਬਣਦਾ ਹੈ। ਖਿਡੌਣਾ ਬੰਬ, ਕਿਸੇ ਖਿਡੌਣੇ ਜਾਂ ਕਿਸੇ ਟੈਡੀ ਜਾਂ ਕਿਸੇ ਵੱਡੀ ਜਗ੍ਹਾ ਦੇ ਵਿੱਚ ਰੱਖ ਕੇ ਬੰਬ ਨੂੰ ਫਟਾਉਣਾ। ਕਿਤਾਬ ਬੰਬ, ਕਿਸੇ ਕਿਤਾਬ ਵਿੱਚ ਫਿੱਟ ਕੀਤਾ ਹੋਇਆ ਬੰਬ। ਸਾਈਕਲ ਜਾਂ ਸਕੂਟਰ ਬੰਬ, ਜਿਹਦੇ ਰਾਹੀਂ ਸਕੂਟਰ ਦੇ ਵਿੱਚ ਆਮ ਤੌਰ 'ਤੇ ਬੰਬੇ ਦੇ ਵਿੱਚ ਕਈ ਕਾਰਨ ਹੋਏ ਹਨ ਕਿ ਸਕੂਟਰ ਦੇ ਵਿੱਚ ਬੰਬ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਸਕੂਟਰ ਦੇ ਕੋਲ ਆਲੇ ਦੁਆਲੇ ਜਾਂ ਵਿਅਕਤੀ ਜਾਂ ਕਿਸੇ ਤਰ੍ਹਾਂ ਦਾ ਕੋਈ ਜਾਨ ਮਾਲ ਨੂੰ ਨੁਕਸਾਨ ਕਰਨਾ। ਇਸ ਤੋਂ ਅੱਗੇ ਹੈ ਗੱਡੀ ਵਾਲਾ ਬੰਬ, ਜੋ ਕਿ ਗੱਡੀ ਦੇ ਵਿੱਚ ਫਿੱਟ ਕੀਤਾ ਹੁੰਦਾ। ਟਰੱਕ, ਗੱਡੀ, ਸਕੂਟਰ, ਕਿਸੇ ਵੀ ਕਿਸਮ ਦੇ ਵਿੱਚ ਵਹੀਕਲ ਦੇ ਵਿੱਚ ਫਿੱਟ ਕਰਨਾ ਅਤੇ ਉਸ ਤੋਂ ਬਾਅਦ ਉਸ ਬੰਬ ਨੂੰ ਇਲਜ਼ਾਮ ਦੇਣਾ। ਪੈਪਸੀ ਕੈਨ ਵਿੱਚ ਬੰਬ, ਕਿਸੇ ਛੋਟੀ ਚੀਜ਼ ਜਾਂ ਪੈਪਸੀਆਂ ਦੇ ਵਿੱਚ ਬੰਦ ਕੀਤਾ ਹੋਇਆ ਲੁਕੋ ਕੇ ਬੰਬ ਨੂੰ ਫਿੱਟ ਕਰਨਾ। ਇਸ ਤੋਂ ਅੱਗੇ ਹੈ ਮੋਬਾਈਲ ਬੰਬ, ਕਿਸੇ ਤਰ੍ਹਾਂ ਦੇ ਕਾਲ ਆਉਣ ਸਮੇਂ ਜਾਂ ਜਦੋਂ ਕਿਸੇ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਜਾਂ ਜਾਂਦੀ ਹੈ, ਚੱਕਣ ਸਮੇਂ ਉਸ ਮੋਬਾਈਲ ਦੇ ਵਿੱਚ ਫਿੱਟ ਕੀਤਾ ਹੋਇਆ ਬੰਬ ਫਟ ਜਾਂਦਾ ਹੈ। ਅੱਗੇ ਹੈ ਧਮਾਕੇ ਦੇ ਪ੍ਰਭਾਵ। ਜਦੋਂ ਕਿਸੇ ਕਿਸਮ ਦਾ ਕੋਈ ਧਮਾਕਾ ਹੁੰਦਾ ਹੈ ਬੰਬ ਦਾ, ਤਾਂ ਉਹ ਬੰਬ ਧਮਾਕੇ ਤੋਂ ਬਾਅਦ ਕੀ ਪ੍ਰਭਾਵ ਪੈਂਦੇ ਹਨ, ਉਹਨਾਂ ਪ੍ਰਭਾਵਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਪਹਿਲਾ ਹੈ ਜਾਨ ਮਾਲ ਦਾ ਨੁਕਸਾਨ। ਜਦੋਂ ਕਿਸੇ ਕਿਸਮ ਦਾ ਕੋਈ ਧਮਾਕਾ ਹੁੰਦਾ ਹੈ ਤਾਂ ਆਮ ਤੌਰ 'ਤੇ ਲੋਕਾਂ ਦੀਆਂ ਜਾਨਾਂ, ਲੋਕਾਂ ਦੇ ਵਹੀਕਲ, ਲੋਕਾਂ ਦੀਆਂ ਇਮਾਰਤਾਂ, ਘਰ, ਹਰ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ।
ਇਸ ਤੋਂ ਅੱਗੇ ਹੈ ਆਵਾਜਾਈ ਬੰਦ ਹੋਣੀ। ਜਦੋਂ ਕਿਸੇ ਕਿਸਮ ਦਾ ਕੋਈ ਬੰਬ ਫਟਦਾ ਹੈ ਤਾਂ ਆਵਾਜਾਈ ਆਟੋਮੈਟਿਕਲੀ ਹੀ ਬੰਦ ਹੋ ਜਾਂਦੀ ਹੈ, ਕਿਉਂਕਿ ਉੱਥੇ ਲੋਕਾਂ ਦੀਆਂ ਲਾਸ਼ਾਂ ਅਤੇ ਇਮਾਰਤ ਦਾ ਗਿਰਨਾ ਆਮ ਗੱਲ ਹੈ, ਕਿਉਂਕਿ ਇਸ ਦੇ ਨਾਲ ਆਵਾਜਾਈ ਠੱਪ ਹੋ ਜਾਂਦੀ ਹੈ ਅਤੇ ਲੋਕਾਂ ਦਾ ਮਾਹੌਲ ਬਹੁਤ ਜ਼ਿਆਦਾ ਡਰ ਦਾ ਪੈ ਜਾਂਦਾ ਹੈ, ਅਤੇ ਜਿਨ੍ਹਾਂ ਨਾਲ ਲੋਕ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ, ਅਤੇ ਲੋਕਾਂ ਨੂੰ ਬਾਹਰ ਹਰ ਵਿਅਕਤੀ ਤੋਂ ਹੀ ਆਤੰਕਵਾਦੀ ਦਾ ਚਿਹਰਾ ਨਜ਼ਰ ਆਉਂਦਾ ਹੈ। ਇਸ ਤੋਂ ਅੱਗੇ ਹੈ ਸੰਚਾਰ ਬੰਦ। ਜਦੋਂ ਕਿਸੇ ਕਿਸਮ ਦਾ ਕੋਈ ਬੰਬ ਫਟਦਾ ਹੈ ਤਾਂ ਉਸ ਦੇ ਨਾਲ ਬਿਜਲੀ ਅਤੇ ਇਮਾਰਤਾਂ, ਇਹਨਾਂ ਸਭ ਦੇ ਨਾਲ ਨੁਕਸਾਨ ਹੁੰਦਾ, ਜਿਨ੍ਹਾਂ ਨਾਲ ਸੰਚਾਰ ਦੇ ਸਾਧਨ ਵੀ ਬੰਦ ਹੋ ਜਾਂਦੇ ਹਨ। ਇਮਾਰਤਾਂ ਦਾ ਨੁਕਸਾਨ, ਇਹਨਾਂ ਨਾਲ ਵੱਡੀ ਬਿਲਡਿੰਗ ਜਾਂ ਕਿਸੇ ਵੀ ਕਿਸਮ ਦਾ ਕੋਈ ਘਰ ਹੁੰਦਾ ਹੈ, ਉਹ ਸਭ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਜਾਇਦਾਦ ਦਾ ਨੁਕਸਾਨ, ਦਹਿਸ਼ਤ ਦਾ ਮਾਹੌਲ ਪੈਦਾ ਹੋਣਾ, ਜਿਨ੍ਹਾਂ ਨਾਲ ਆਮ ਤੌਰ 'ਤੇ ਲੋਕ ਡਰ ਮਹਿਸੂਸ ਕਰਦੇ ਹਨ ਅਤੇ ਲੋਕਾਂ ਦੇ ਵਿੱਚ ਆਮ ਅਣਜਾਣ ਬੰਦੇ ਤੋਂ ਕਿਸੇ ਤਰ੍ਹਾਂ ਦਾ ਵਿਸ਼ਵਾਸ ਚੱਕਿਆ ਜਾਂਦਾ ਹੈ, ਅਤੇ ਇਹ ਡਰ ਦਾ ਮਾਹੌਲ ਹਮੇਸ਼ਾ ਚੱਲਦਾ ਰਹਿੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬੰਬ ਦੇ ਖਤਰੇ 'ਤੇ ਸੂਚਨਾ ਮਿਲਣ 'ਤੇ ਕੀ ਕਰਨਾ ਚਾਹੀਦਾ ਹੈ। ਜਦੋਂ ਕਿਸੇ ਕਿਸਮ ਦੀ ਸਾਨੂੰ ਸੂਚਨਾ ਮਿਲਦੀ ਹੈ ਕਿ ਇਸ ਜਗ੍ਹਾ ਦੇ ਉੱਪਰ ਬੰਬ ਹੋਣ ਦਾ ਅਨੁਮਾਨ ਹੈ ਜਾਂ ਬੰਬ ਹੈ, ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਤਾਂ ਸੁਰੱਖਿਆ ਕਰਮਚਾਰੀ ਜਾਂ ਆਮ ਜਨਤਾ ਨੂੰ ਇਸ ਦੇ ਉੱਪਰ ਕਿਸ ਤਰ੍ਹਾਂ ਕਦਮ ਚੁੱਕਣੇ ਚਾਹੀਦੇ ਹਨ। ਪਹਿਲਾ ਹੈ ਪੁਲਿਸ ਨੂੰ ਬੁਲਾਉਣਾ। ਦੂਜਾ ਹੈ ਫਾਇਰ ਬ੍ਰਿਗੇਡ ਨੂੰ ਬੁਲਾਉਣਾ। ਇਮਾਰਤ ਖਾਲੀ ਕਰਵਾਉਣਾ। ਇਮਾਰਤ ਖਾਲੀ ਕਰਾਉਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਆਮ ਤੌਰ 'ਤੇ ਲੋਕਾਂ ਦੀ ਜਾਨ ਨਾਲ ਅਸੀਂ ਨਹੀਂ ਖੇਡ ਸਕਦੇ। ਇਸ ਲਈ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਵੀ ਹੈ ਕਿਸੇ ਬੰਬ ਦਾ, ਤਾਂ ਸਾਨੂੰ ਉਸ ਇਮਾਰਤ ਨੂੰ ਤੁਰੰਤ ਹੀ ਖਾਲੀ ਕਰਵਾ ਲੈਣਾ ਚਾਹੀਦਾ ਹੈ, ਅਤੇ ਪੁਲਿਸ ਨੂੰ ਤਾਂ ਬੁਲਾਉਣਾ ਹੈ ਕਿਉਂਕਿ ਉਹ ਪੁਲਿਸ ਉਸ ਬੰਬ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ, CCTV ਕੈਮਰੇ ਦੇਖਣ ਅਤੇ ਹੋਰ ਆਪਣੀ ਟੀਮ ਨੂੰ ਬੁਲਾਉਣ ਜੋ ਕਿ ਬੰਬ ਦੇ ਪ੍ਰਤੀ ਸਾਰੀ ਜਾਣਕਾਰੀ ਰੱਖਦੀ ਹੋਵੇ। ਇਸ ਤੋਂ ਬਾਅਦ ਲੋਕਾਂ ਨੂੰ ਨੇੜੇ ਨਾ ਜਾਣ ਦੇਣਾ। ਲੋਕਾਂ ਨੂੰ ਨੇੜੇ ਨਾ ਜਾਣ ਦਿਓ ਕਿਉਂਕਿ ਉਹ ਕਦੋਂ ਵੀ ਕਿਸ ਤਰ੍ਹਾਂ ਵੀ ਫਟ ਸਕਦਾ ਹੈ, ਇਸ ਲਈ ਲੋਕਾਂ ਨੂੰ ਉਸ ਜਗ੍ਹਾ ਜਾਂ ਉਸ ਚੀਜ਼ ਤੋਂ ਦੂਰ ਰੱਖਿਆ ਜਾਵੇ। ਇਸ ਕਰਕੇ ਉਸ ਲੋਕਾਂ ਨੂੰ ਉਹ ਚੀਜ਼ ਤੋਂ ਦੂਰ ਰੱਖਣ ਤੋਂ ਬਾਅਦ ਕਿਸੇ ਸਪੈਸ਼ਲ ਟੀਮ ਜਾਂ ਕੋਈ ਜਾਣਕਾਰ ਬੰਦੇ ਨੂੰ ਹੀ ਉਸ ਦੇ ਕਰੀਬ ਜਾਣ ਦਿੱਤਾ ਜਾਵੇ ਜੋ ਕਿ ਕਿਸੇ ਕਿਸਮ ਦਾ ਕੋਈ ਹੱਲ ਕੱਢ ਸਕੇ। ਇਸ ਤੋਂ ਅੱਗੇ ਹੈ ਜ਼ਿਆਦਾ ਜਾਣਕਾਰੀ ਲੋਕਾਂ ਨੂੰ ਨਾ ਦੇਵੋ। ਇਸ ਤੋਂ ਬਾਅਦ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਨਾ ਦਿੱਤੀ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜ਼ਿਆਦਾ ਪੈ ਜਾਂਦਾ ਹੈ, ਜਿਨ੍ਹਾਂ ਨਾਲ ਲੋਕ ਡਰਾ ਹੋਇਆ ਜਾਂ ਦਹਿਸ਼ਤ ਦਾ ਮਾਹੌਲ ਕਰਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਫੀਲ ਕਰਦੇ। ਇਸ ਤੋਂ ਅੱਗੇ ਹੈ ਲੋੜ ਪੈਣ 'ਤੇ ਸਪੈਸ਼ਲ ਟੀਮ ਦੀ ਮਦਦ ਲਵੋ। ਜੋ ਸਪੈਸ਼ਲ ਟੀਮ ਹੈ ਜੋ ਕਿ ਬੰਬਾਂ ਦੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਰੱਖਦੀ ਹੈ ਅਤੇ ਬੰਬ ਨੂੰ ਬੰਦ ਕਰਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਹੈ, ਉਹ ਬੰਬ ਨੂੰ ਬੰਦ ਅਤੇ ਉਸ ਨੂੰ ਨਸ਼ਟ ਵੀ ਕਰ ਸਕਦੇ ਹਨ। ਉਸ ਟੀਮ ਨੂੰ ਸਪੈਸ਼ਲ ਤੌਰ 'ਤੇ ਬੁਲਾਇਆ ਜਾਵੇ ਅਤੇ ਉਸ ਮੌਕੇ ਦੇ ਉੱਪਰ ਉਹਨਾਂ ਨੂੰ ਲੋਕਾਂ ਨੂੰ ਸਹਾਇਤਾ ਅਤੇ ਲੋਕਾਂ ਨੂੰ ਹੌਸਲਾ ਦੇਣ ਦੀ ਜ਼ਰੂਰਤ ਹੁੰਦੀ ਹੈ। ਆਪਾਂ ਇਸ ਵੀਡੀਓ ਦੇ ਵਿੱਚ ਹਰ ਤਰ੍ਹਾਂ ਦੀ ਗੱਲ ਕਰੀ ਹੈ ਜੋ ਕਿ ਸੁਰੱਖਿਆ ਦੇ ਸੰਬੰਧ ਵਿੱਚ, ਜਿਵੇਂ ਕਿ ਸੁਰੱਖਿਆ ਕਦੋਂ ਭੰਗ ਹੁੰਦੀ ਹੈ, ਸੁਰੱਖਿਆ ਕਿਉਂ ਜ਼ਰੂਰੀ ਹੈ, ਅਤੇ ਸੁਰੱਖਿਆ ਦਾ ਮਾਹੌਲ ਜਾਂ ਕਿਸੇ ਤਰ੍ਹਾਂ ਦਾ ਕੋਈ ਰਿਸਕ ਜਾਂ ਕਿਸੇ ਤਰ੍ਹਾਂ ਦੇ ਬੰਬ ਫਟਣਾ, ਇਹਨਾਂ ਸਭ ਦੇ ਸਮੇਂ ਸੁਰੱਖਿਆ ਕਰਮਚਾਰੀਆਂ ਦੀ ਕੀ ਜ਼ਿੰਮੇਵਾਰੀਆਂ, ਕੀ ਲੋੜ ਹੈ, ਅਤੇ ਸਾਨੂੰ ਆਮ ਜਨਤਾ ਨੂੰ ਕਿਸੇ ਕਿਸਮ ਦੀ ਜਦੋਂ ਇਸ ਤਰ੍ਹਾਂ ਦਾ ਕੋਈ ਮਾਹੌਲ ਪੈਦਾ ਹੁੰਦਾ ਹੈ ਤਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਕੀ ਕੰਮ ਹੁੰਦੇ ਹਨ, ਇਹ ਸਭ ਦੇ ਬਾਰੇ ਸਾਨੂੰ ਜਾਣਕਾਰੀ ਹਾਸਲ ਹੋਈ ਹੈ। ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਸ ਤੋਂ ਕਾਫੀ ਸਿੱਖਿਆ ਹੋਵੇਗਾ ਅਤੇ ਹੋਰ ਵੀਡੀਓ ਤੋਂ ਵੀ ਤੁਸੀਂ ਇਸ ਤਰ੍ਹਾਂ ਹੀ ਸਿੱਖਣਾ ਹੈ ਅਤੇ ਆਪਣੇ ਪੜ੍ਹਾਈ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਣਾ ਹੈ, ਆਪਣੀ ਜ਼ਿੰਦਗੀ 'ਚ ਸਫਲ ਹੋਣਾ ਹੈ। ਧੰਨਵਾਦ।